ਗੁਰੂ ਦੁਆਰੇ ਹੋਏ ਤਾਂ ਸੋਝੀ ਪਾਏ ਸੀ। ਗੁਰੂ ਦੇ ਦੁਆਰੇ ਜਿਹੜਾ ਪਹੁੰਚ ਜਾਂਦਾ ਹੈ ਉਹਨੂੰ ਸੋਝੀ ਮਿਲਦੀ ਹੈ, ਉਹਨੂੰ ਸਮਝ ਆਉਂਦੀ ਹੈ। ਪਰ ਗੁਰੂ ਦੁਆਰੇ ਬਾਹਰੋਂ ਅਗਰ ਸਰੀਰ ਕਰਕੇ ਕੋਈ ਪਹੁੰਚ ਜਾਵੇ ਤੇ ਐਸਾ ਨਹੀਂ ਹੈ ਵੀ ਗੁਰੂ ਦੁਆਰੇ ਪਹੁੰਚ ਗਿਆ ਹੈ। ਉਹ ਸਿੱਖ ਤੇ ਇਉਂ ਹੀ ਸੋਚਦੇ ਹਨ ਵੀ ਬਾਹਰੋਂ ਗੁਰੂ ਦੁਆਰੇ ਜਾਣਾ ਹੈ, ਤੇ ਬਾਹਰੋਂ ਹੀ ਉਹ ਗੁਰੂ ਨੂੰ ਦੇਖਦੇ ਰਹਿੰਦੇ ਹਨ। ਪਰ ਜਿਹੜੇ ਗੁਰੂ ਨੂੰ ਦੇਖ ਰਹੇ ਹਨ ਬਾਹਰੋਂ, ਉਹ ਸ਼ਬਦ ਹੈ। ਸ਼ਬਦ ਨੂੰ ਤੁਸੀਂ ਬਾਹਰੋਂ ਨਹੀਂ ਦੇਖ ਸਕਦੇ। ਜੇ ਦੇਖ ਰਹੇ ਹੋ, ਉਹ ਸ਼ਬਦ ਜਿਹਨੂੰ ਦੇਖ ਰਹੇ ਹੋ ਨਾ, ਉਹ ਸੰਸਾਰ ਦਾ ਹਿੱਸਾ ਹੈ। ਆਮ ਸਧਾਰਨਤଃ ਲੋਕ ਕਹਿੰਦੇ ਨਾ ਸ਼ਬਦ ਗੁਰੂ ਹੈ, ਤੇ ਕਈ ਜਾ ਕੇ ਉਸ ਉਪਦੇਸ਼ ਨੂੰ ਦੇਖਦੇ ਹਨ। ਉੱਪਰੋਂ ਹਟਾ ਕੇ ਰੁਮਾਲਾ ਜਾਂ ਕੋਈ ਕੱਪੜਾ ਦਿੱਤਾ ਹੋਇਆ ਹੈ ਪੋਥੀ ਤੇ ਦਰਸ਼ਨ ਕਰਦੇ ਹਨ, ਸ਼ਬਦ ਦੇ ਪੜ੍ਹ ਲੈਂਦੇ ਹਨ, ਕਹਿੰਦੇ ਗੁਰੂ ਦੇ ਦਰਸ਼ਨ ਹੋ ਗਏ। ਨਹੀਂ, ਇਹ ਜੋ ਸ਼ਬਦ ਹੈ ਇਹ ਤਾਂ ਕਾਗਜ਼ 'ਤੇ ਲਿਖਿਆ ਹੋਇਆ, ਇਹ ਸਥੂਲ ਹੈ, ਸੰਸਾਰ ਦਾ ਹਿੱਸਾ ਹੈ। ਤੇ ਗੁਰੂ ਦੁਆਰੇ ਜਿਹੜੇ ਸਰੀਰ ਕਰਕੇ ਵੀ ਰਹਿ ਰਹੇ ਹਨ ਨਾ, ਉਹ ਵੀ ਜ਼ਰੂਰੀ ਨਹੀਂ ਹੈ ਵੀ ਗੁਰੂ ਦਾ ਸੰਗ ਕਰ ਰਹੇ ਹੋਣ। ਕਿਉਂਕਿ ਸੰਗ ਉਹ ਕਰਦਾ ਹੈ ਜਿਹੜਾ ਗੁਰੂ ਕੋਲੋਂ ਆ ਕੇ ਮਿਟਦਾ ਹੈ, ਮੈਂ ਨੂੰ ਛੱਡਦਾ ਹੈ, ਮਨ ਨੂੰ ਛੱਡਦਾ ਹੈ, ਆਪਣੀਆਂ ਆਦਤਾਂ ਨੂੰ ਛੱਡਦਾ ਹੈ। ਤੇ ਜਿਹੜਾ ਮਨ ਨੂੰ ਛੱਡਦਾ ਜਾਂਦਾ ਹੈ, ਮਿਟਦਾ ਜਾਂਦਾ ਹੈ, ਉਹ ਗੁਰੂ ਕੋਲ ਆਉਂਦਾ ਜਾਂਦਾ ਹੈ। ਕਿਉਂਕਿ ਗੁਰੂ ਮਿਟਿਆ ਹੋਇਆ ਹੈ। ਇਸੇ ਕਰਕੇ ਮਿਟੇ ਹੋਏ ਕੋ ਆਉਣਾ ਕਠਿਨ ਹੈ, ਰਹਿਣਾ ਕਠਿਨ ਹੈ। ਕਿਉਂਕਿ ਮਿਟਣਾ ਕਠਿਨ ਹੈ। ਮਿਟਣਾ ਕੌਣ ਚਾਹੁੰਦਾ ਹੈ? ਲੋਕ ਤੇ ਪ੍ਰਸ਼ੰਸਾ ਚਾਹੁੰਦੇ ਹਨ, ਉਸਤਤ ਚਾਹੁੰਦੇ ਹਨ। ਇਸੇ ਕਰਕੇ ਝੂਠੇ ਗੁਰੂਆਂ ਕੋਲ ਜ਼ਿਆਦਾ ਲੋਕ ਜਾਂਦੇ ਹਨ। ਸਾਧੂ ਮਹਾਤਮਾ ਜਿਹੜੇ ਪ੍ਰਸ਼ੰਸਾ ਕਰਦੇ ਹਨ ਨਾ, ਸਿਰੋਂ ਪਾਉ ਦਿੰਦੇ ਹਨ। ਦੇਖੋ ਜਿਹੜੇ ਸ਼ਰਧਾਲੂ ਹਨ ਉਹਨਾਂ ਦੇ ਧਨ ਵਗੈਰਾ ਦੇ ਦਿੰਦੇ ਹਨ, ਤੇ ਉਹਨਾਂ ਦੀ ਵੀ ਬੜੀ ਪ੍ਰਸ਼ੰਸਾ ਕਰਦੇ ਹਨ ਧਨੀ ਲੋਕਾਂ ਦੀ, ਤੇ ਉਹਦੇ ਹੰਕਾਰ ਵਧਾਉਂਦੇ ਹਨ। ਧਾਰਮਿਕ ਲੋਕ ਤੇ ਹੰਕਾਰ ਵਧਾ ਰਹੇ ਹਨ। ਕੋਈ ਪੁੰਨਦਾਨ ਕਰ ਦਿੰਦਾ ਹੈ ਤੇ ਉਹਦੀ ਉਸਤਤ ਗਾ ਦਿੰਦੇ। ਗ੍ਰੰਥੀ ਸਿੰਘ ਵੀ ਗਾਉਂਦੇ ਹਨ, ਅਰਦਾਸ ਕਰਦੇ ਹਨ, ਬੜੀ ਉਸਤਤ ਕਰਦੇ ਹਨ। ਅਗਲੇ ਨੂੰ ਖੁਸ਼ ਕਰਨਾ ਹੈ, ਖੁਸ਼ ਹੋਊਗਾ ਅਗਲਾ ਤਾਂ ਹੀ ਧੰਦਾ ਚੱਲੂਗਾ। ਇਹ ਧੰਦਾ ਹੈ ਨਾ, ਜਿਵੇਂ ਕੋਈ ਬਿਜ਼ਨਸ ਕਰਨ ਵਾਲਾ, ਧੰਦਾ ਕਰਨ ਵਾਲਾ ਗਾਹਕ ਨੂੰ ਖੁਸ਼ ਕਰਦਾ ਹੈ, ਇੱਦਾਂ ਧਾਰਮਿਕ ਲੋਕ ਖੁਸ਼ ਕਰਦੇ ਹਨ, ਕੀਰਤਨੀਏ ਖੁਸ਼ ਕਰਦੇ ਹਨ, ਢਾਡੀ ਜਥੇ ਵੀ ਖੁਸ਼ ਕਰਦੇ ਹਨ। ਲੋਕਾਂ ਨੂੰ ਖੁਸ਼ ਕਰਨਗੇ ਤਾਂ ਹੀ ਕੁਛ ਮਿਲੇਗਾ। ਇੱਦਾਂ ਹੀ ਪ੍ਰਚਾਰਕ ਤੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ। ਤੇ ਜਿਹੜਾ ਵਾਸਤਵਿਕ ਸਤਿਗੁਰੂ, ਉਹ ਖੁਸ਼ ਥੋੜ੍ਹੀ ਕਰਦਾ ਹੈ, ਉਹ ਤਾਂ ਨਾਰਾਜ਼ ਕਰਦਾ ਹੈ, ਚੋਟ ਕਰਦਾ ਹੈ। ਉਹ ਤਾਂ ਉਲਟਾ ਕੰਮ ਕਰਦਾ। ਤੇ ਜਿਹੜਾ ਉਲਟਾ ਕੰਮ ਕਰ ਰਿਹਾ ਹੈ ਉਹਦੇ ਕੋਲ ਸੰਸਾਰੀ ਲੋਕ ਕਿਵੇਂ ਜਾਣਗੇ? ਆ ਵੀ ਤਾਂ ਸੋਚੋ।
ਸੰਸਾਰੀ ਲੋਕ ਤੇ ਸਤਿਕਾਰ ਟੋਲਦੇ ਹਨ, ਆਦਰ ਮਾਣ ਸਨਮਾਨ ਜਿੱਥੇ ਆਓ ਜੀ ਬੈਠੋ ਜੀ, ਭਾਵੇਂ ਝੂਠਾ ਹੀ ਹੋ ਰਿਹਾ ਹੋਵੇ। ਤੇ ਬੜੀ ਫੂਕ ਭਰਦੇ ਹਨ, ਕਿਉਂਕਿ ਉਹਨਾਂ ਨੂੰ ਬਾਹਰੋਂ ਸਵਾਰਥ ਹੈ। ਉਹ ਬਾਹਰੋਂ ਸੋਚਦੇ ਹਨ ਕੁਛ ਮਿਲ ਜਾਵੇਗਾ, ਇਹਦੀ ਪ੍ਰਸ਼ੰਸਾ ਕੀਤੀ। ਧੰਦਾ ਹੈ ਨਾ, ਤੇ ਧੰਦਾ ਕਰਨ ਵਾਲੇ ਜਾਣਦੇ ਹਨ ਨਿਯਮ, ਪ੍ਰਸ਼ੰਸਾ ਕਰੋ तो ਜੋ ਕੁਛ ਮਰਜ਼ੀ ਲੈ ਲਓ ਅਗਲੇ ਕੋ। ਇਹ ਗੁਰਮੁਖ ਪਿਆਰਾ ਜੀ, ਇਹ ਮਹਾਨ ਹੈ ਜੀ, ਇਹ ਸਿਮਰਨ ਕਰਦਾ ਜੀ, ਇਹ ਗਿਆਨੀ ਹੈ ਜੀ। ਪ੍ਰਸ਼ੰਸਾ ਕਰੋ, ਅਗਲਾ ਖੁਸ਼ ਹੋ ਜਾਂਦਾ। ਫਿਰ ਕਹਿ ਦਿਓ ਵੀ ਆਹ ਸੇਵਾ ਕਰਨੀ ਹੈ ਗੁਰਸਿੱਖਾ, ਇਹ ਤੇਰੇ ਹਿੱਸੇ ਆਈ ਹੈ, ਤੂੰ ਕਰਨੀ। ਫਿਰ ਅਗਲੇ ਨੂੰ ਕਰਨੀ ਪੈਂਦੀ ਹੈ, ਇੰਨਾ ਮਾਣ ਸਨਮਾਨ ਦਿੱਤਾ ਹੋਇਆ ਜੀ। ਤੇ ਧਾਰਮਿਕ ਜਗਤ ਦੇ ਵਿੱਚ ਮਾਣ ਸਨਮਾਨ ਹੁੰਦਾ ਹੈ, ਮਾਣ ਦੇ ਰਹੇ ਹਨ ਲੋਕ। ਗੁਰੂ ਘਰਾਂ ਦੇ ਵਿੱਚ ਵੀ ਮਾਣ ਹੀ ਮਿਲ ਰਿਹਾ ਹੈ, ਇੱਕ ਦੂਸਰੇ ਨੂੰ ਮਾਣ ਹੀ ਦੇ ਰਹੇ। ਪਰ ਵਾਸਤਵਿਕ ਸਤਿਗੁਰੂ ਜਿਹੜਾ ਹੈ ਉਹ ਮਾਣ ਤੋੜਦਾ ਹੈ, ਕਿਉਂਕਿ ਇਹ ਮਾਣ ਹੀ ਹੰਕਾਰ, ਇਹੋ ਹੀ ਤਾਂ ਰੋਗ ਹੈ। ਮਾਨ ਸਨਮਾਨ ਬੰਦੇ ਸਾਰੇ ਹੋਏ ਬੱਧੇ ਹੋਏ, ਇਹੋ ਹੀ ਤੇ ਵਾਸ਼ਨਾ ਹੈ, ਇਹੋ ਹੀ ਤੇ ਚਾਹੁੰਦਾ ਹੈ ਹਰ ਕੋਈ। ਤੇ ਜਿੱਥੇ ਮਾਨ ਸਨਮਾਨ ਟੁੱਟ ਰਿਹਾ ਹੈ, ਜਿੱਥੇ ਕੋਈ ਆਦਰ ਨਹੀਂ ਮਿਲਦਾ, ਸਤਿਕਾਰ ਨਹੀਂ ਮਿਲਦਾ, ਉੱਥੇ ਰਹਿਣਾ ਕਠਿਨ ਹੈ। ਫਿਰ ਆਪਣੇ ਮਨ ਨੂੰ ਛੱਡਣਾ, ਤੁਸੀਂ ਜੋ ਚਾਹੁੰਦੇ ਹੋ ਨਹੀਂ ਕਰਨਾ, ਚਾਹਤਾਂ ਨੂੰ ਛੱਡਣਾ ਹੋਰ ਵੀ ਕਠਿਨ ਹੈ। ਜਿੱਦਾਂ ਆਦਮੀ ਰਹਿਣਾ ਚਾਹੁੰਦਾ ਹੈ ਉੱਦਾਂ ਹੀ ਚਾਹੁੰਦਾ, ਪਰ ਉਹ ਸਾਰੀਆਂ ਹੀ ਆਦਤਾਂ ਛੁੱਟਣਗੀਆਂ ਤਾਂ ਹੀ ਮਨ ਛੁੱਟੇਗਾ ਨਾ। ਮਿਟਣਾ ਹੈ, ਮਿਟਣਾ ਬਹੁਤ ਕਠਿਨ ਹੈ। ਇਸ ਕਰਕੇ ਜਗਿਆਸੂ ਹੌਲੀ ਹੌਲੀ ਮਿਟਦਾ ਹੈ। ਸਤਿਗੁਰੂ ਕੋਲ ਰਹਿ ਕੇ ਵੀ ਬਹੁਤ ਸਮਾਂ ਲੱਗਦਾ ਹੈ, ਆਸਤੇ ਆਸਤੇ। ਫਿਰ ਉਹ ਡੋਜ਼ ਵੀ ਥੋੜ੍ਹੀ ਥੋੜ੍ਹੀ ਦਿੰਦਾ ਹੈ ਨਾ, ਉਹਨੂੰ ਪਤਾ ਹੈ ਕਿ ਜੇ ਹਿਸਾਬ ਦੇ ਨਾਲ ਡੋਜ਼ ਦਿੱਤੀ ਜਾ ਸਕਦੀ, ਜ਼ਿਆਦਾ ਡੋਜ਼ ਦੇ ਦਿਓ ਦਵਾਈ। ਜਿੰਨੀ ਕੁ ਚੋਟ ਕਰਨੀ ਜ਼ਰੂਰੀ ਹੈ ਉਨੀ ਕੁ ਕਰਦਾ, ਜਿੰਨਾ ਕੁ ਮਿਟਾਉਣਾ ਜ਼ਰੂਰੀ ਹੈ ਉਹਨਾਂ ਕੁ ਮਿਟਾਉਂਦਾ ਹੈ, ਆਸਤੇ ਆਸਤੇ ਮਿਟਾਉਂਦਾ ਹੈ ਵੀ ਜ਼ਿਆਦਾ ਪੀੜਾ ਨਾ ਹੋਵੇ। ਉਹਦੇ 'ਚ ਵੀ ਦਇਆ ਹੈ ਨਾ, ਇਸ ਕਰਕੇ ਉਹ ਥੋੜ੍ਹਾ ਥੋੜ੍ਹਾ ਮਿਟਾਉਂਦਾ, ਵਿੱਚ ਵਿੱਚ ਛੱਡ ਦਿੰਦਾ ਹੈ, ਕੋਈ ਗੱਲ ਫਿਰ ਸਹੀ, ਫਿਰ ਮਿਟਾਵਾਂਗੇ, ਚੋਟ ਕਰਦਾ ਰਹੇਗੀ। ਮਿਟਣਾ ਹੈ, ਆਪ ਗਵਾਈਏ ਤਾਂ ਸਹੁ ਪਾਈ, ਅਵਰ ਕੈਸੀ ਚਿਤਰਾ। ਤੇ ਜਿਹੜਾ ਮਿਟਦਾ ਹੈ ਉਹ ਸੰਗ ਕਰਦਾ ਹੈ। ਜਿਵੇਂ ਬਾਬਾ ਲਹਿਣਾ ਜੀ ਮਿਟੇ ਸਨ ਗੁਰੂ ਨਾਨਕ ਦੇਵ ਜੀ ਕੋਲ, ਤਾਂ ਉਹਨਾਂ ਨੇ ਸੰਗ ਕੀਤਾ। ਇਸੇ ਕਰਕੇ ਅੰਗਦ ਹੋ ਗਏ, ਅੰਗ ਸੰਗ ਹੋ ਗਏ ਅਤੇ ਅੰਗਦ ਹੋ ਗਏ। ਅੰਗਦ ਉਹਨਾਂ ਦਾ ਨਾਮ ਉਦੋਂ ਪਿਆ ਜਦੋਂ ਉਹਨਾਂ ਨੇ ਪੂਰਾ ਸੰਗ ਕਰ ਲਿਆ, ਇੱਕ ਮਿੱਕ ਹੋ ਗਏ ਗੁਰੂ ਨਾਲ ਅੰਦਰੋਂ। ਅਤੇ ਅੰਗਦ ਦੇਵ ਇੱਦਾਂ ਸੰਗ ਹੁੰਦਾ ਹੈ ਮਿਟ ਕੇ। ਫਿਰ ਇਹ ਪੁਰਾਣੇ ਸਮਿਆਂ 'ਚ ਤਾਂ ਕੋਲੇ ਰਹਿ ਕੇ ਹੋ ਸਕਦਾ ਹੈ ਸੀ, ਕਿਉਂਕਿ ਕੋਲੇ ਰਹਿ ਕੇ ਹੀ ਸੁਣਿਆ ਜਾ ਸਕਦਾ ਸੀ, ਸੁਣਨ ਕਰਕੇ ਹੀ ਸੰਬੰਧ ਜੁੜਦਾ ਹੈ। ਸ਼ਬਦ ਗੁਰੂ ਹੈ ਨਾ, ਅਤੇ ਸ਼ਬਦ ਦੁਆਰਾ ਹੀ ਸੰਬੰਧ ਜੁੜਦਾ ਹੈ। ਜਦੋਂ ਜੀਵਤ ਵੀ ਹੁੰਦਾ ਹੈ ਨਾ ਸਤਿਗੁਰੂ, ਉਦੋਂ ਵੀ ਉਹ ਸਰੀਰ ਕਰਕੇ ਗੁਰੂ ਨਹੀਂ ਹੁੰਦਾ ਹੈ। ਸਰੀਰ ਕਰਕੇ ਤੇ ਆਮ ਸਾਧਾਰਨ ਇਨਸਾਨ ਹੀ ਹੁੰਦਾ ਹੈ, ਪਰ ਸ਼ਬਦ ਕਰਕੇ ਗੁਰੂ ਹੁੰਦਾ ਹੈ। ਸ਼ਬਦ ਦੁਆਰਾ ਉਪਦੇਸ਼ ਦਿੰਦਾ ਹੈ, ਸ਼ਬਦ ਦੁਆਰਾ ਮਿਟਣ ਦੀ ਕਲਾ ਸਿਖਾਉਂਦਾ ਹੈ। ਇਸ ਕਰਕੇ ਸ਼ਬਦ ਗੁਰੂ ਹੈ। ਅਤੇ ਪੁਰਾਣੇ ਸਮੇਂ 'ਚ ਤਾਂ ਸ਼ਬਦ ਕੋਲੇ ਬਿਠਾ ਕੇ ਦਿੱਤਾ ਜਾਂਦਾ ਸੀ, ਉਪਦੇਸ਼ ਕੋਲੇ ਬਿਠਾ ਕੇ ਦਿੱਤਾ ਜਾਂਦਾ ਹੈ, ਕਿ ਜਾਂ ਕਹਿ ਲਈਏ ਗੁਰ ਮੰਤਰ ਕੋਲੇ ਬਿਠਾ ਕੇ ਦਿੱਤਾ ਜਾਂਦਾ ਹੈ। ਗੁਰੂ ਮੰਤਰ ਦਾ ਅਰਥ ਵੀ ਹੁੰਦਾ ਹੈ ਗੁਰੂ ਦਾ ਉਪਦੇਸ਼। ਮੰਤਰ ਉਪਦੇਸ਼, ਜਿਵੇਂ ਰਾਜਿਆਂ ਦੇ ਮੰਤਰੀ ਹੁੰਦੇ, ਸਲਾਹਕਾਰ, ਸਲਾਹ ਉਪਦੇਸ਼ ਕੋਲੇ ਬਿਠਾ ਕੇ ਦਿੱਤੇ ਜਾਂਦੇ ਸਨ।
ਪਰ ਅਜੋਕੇ ਸਮੇਂ 'ਚ ਦੂਰੋਂ ਵੀ ਇਹ ਸੰਬੰਧ ਜੁੜ ਸਕਦਾ ਹੈ। ਇਸ ਕਾਰਨ ਇਹ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਪੁਰਾਣੇ ਸਮਿਆਂ 'ਚ ਐਸਾ ਨਹੀਂ ਸੀ। ਇਸ ਕਰਕੇ ਬਹੁਤ ਭਰਮਣ ਕਰਨਾ ਪੈਂਦਾ ਸੀ। ਜਾਗਰਤ ਪੁਰਸ਼ ਨੂੰ, ਸਤਿਗੁਰੂਆਂ ਨੂੰ ਸੱਦਣਾ ਪੈਂਦਾ ਸੀ, ਸੰਦੇਸ਼ੇ ਭੇਜਣੇ ਪੈਂਦੇ ਸੀ, ਬੁਲਾਉਣਾ ਪੈਂਦਾ ਸੀ। ਪਰ ਅਜੋਕੇ ਸਮੇਂ 'ਚ ਇਹ ਬਹੁਤ ਸੁਖਾਲਾ ਹੋ ਗਿਆ ਹੈ ਕਿ ਦੂਰੋਂ ਹੀ ਕੋਈ ਸੰਬੰਧ ਜੋੜ ਸਕਦਾ ਹੈ, ਕੋਈ ਸੰਗ ਕਰ ਸਕਦਾ ਹੈ। ਤੇ ਹੋ ਹੀ ਰਿਹਾ ਹੈ ਨਾ। ਦੂਰ ਬੈਠੇ ਦੇਖੋ, ਹਜ਼ਾਰਾਂ ਮੀਲਾਂ ਸਮੁੰਦਰੋਂ ਪਾਰ ਬੈਠੇ ਹੋਏ ਗੁਰਮੁਖ ਪਿਆਰੇ ਸੰਗ ਕਰ ਰਹੇ ਹਨ। ਤੇ ਕਰ ਕਿਵੇਂ ਰਹੇ ਹਨ? ਸ਼ਬਦ ਦੁਆਰਾ। ਦਰਅਸਲ ਜਿਹੜਾ ਸ਼ਬਦ ਹੈ ਨਾ, ਇੱਕ ਪੁਲ ਦੀ ਤਰ੍ਹਾਂ ਹੈ। ਇਸੇ ਕਰਕੇ ਸ਼ੁਰੂ ਤੋਂ ਹੀ ਜਾਗਰਤ ਪੁਰਸ਼ਾਂ ਨੇ ਉਪਦੇਸ਼ ਦਿੱਤਾ ਹੈ। ਸ਼ਬਦ ਜਿਹੜੇ ਪੈਦਾ ਵੀ ਰਿਸ਼ੀ ਮੁਨੀਆਂ ਤੋਂ ਹੋਏ ਹਨ, ਜਾਗਰਤ ਪੁਰਸ਼ਾਂ ਤੋਂ ਹੋਏ ਹਨ। ਸਤਿਗੁਰਾਂ ਨੇ ਸ਼ਬਦ ਪੈਦਾ ਕੀਤੇ ਹਨ। ਜਿਹੜੀ ਭਾਸ਼ਾ ਹੈ ਨਾ, ਉਹ ਸੰਸਾਰਿਕ ਲੋਕਾਂ ਨੇ ਨਹੀਂ ਪੈਦਾ ਕੀਤੀ, ਪ੍ਰਭੂ ਦੇ ਪਿਆਰਿਆਂ ਨੇ ਪੈਦਾ ਕੀਤੀ ਉਪਦੇਸ਼ ਦੇਣ ਵਾਸਤੇ। ਤੇ ਉਪਦੇਸ਼ ਦੁਆਰਾ ਸੰਬੰਧ ਜੁੜਦਾ ਹੈ, ਸ਼ਬਦ ਦੁਆਰਾ ਸੰਬੰਧ ਜੁੜਦਾ ਹੈ। ਤੇ ਸ਼ਬਦ ਹੈ ਇੱਕ ਪੁਲ ਦੀ ਤਰ੍ਹਾਂ। ਸ਼ਬਦ ਜਿਹੜਾ ਹੈ ਸੁਣ ਚੋਂ ਪੈਦਾ ਹੁੰਦਾ ਹੈ, ਆਕਾਰ ਰੂਪ ਧਾਰਨ ਕਰ ਲੈਂਦਾ ਹੈ। ਸ਼ਬਦ ਦਾ ਆਕਾਰ ਰੂਪ ਸੰਸਾਰ ਹੈ, ਨਿਰਾਕਾਰ ਰੂਪ ਸੰਸਾਰ ਤੋਂ ਮੁਕਤ ਹੈ। ਭਾਵ ਕਿ ਸੁਣ ਚੋਂ ਆਉਂਦਾ ਹੈ ਨਾ ਸ਼ਬਦ। ਜਿਵੇਂ 4 ਬਾਣੀਆਂ ਲਿਖੀਆਂ ਹਨ ਨਾ, ਪਰਾ ਪਸੰਤੀ ਮਧਮਾ ਬੈਖੜੀ। ਪਰਾ ਭਾਵ ਕਿ ਪਰੇ ਹੈ, ਜਿਹੜੀ ਅਜੇ ਸੁਣ ਦੇ ਵਿੱਚ ਹੈ, ਉੱਥੋਂ ਸ਼ਬਦ ਉੱਠਦਾ ਹੈ। ਫਿਰ ਪਸੰਤੀ 'ਚ ਆਉਂਦਾ ਹੈ, ਫਿਰ ਮਧਮਾ ਕੰਠ 'ਚ ਆਉਂਦਾ ਹੈ, ਫਿਰ ਜ਼ਬਾਨ 'ਤੇ ਬੋਲਿਆ ਜਾਂਦਾ ਹੈ, ਅਤੇ ਸੁਣ 'ਚੋਂ ਆਉਂਦਾ ਹੈ ਸ਼ਬਦ। ਇਸੇ ਕਰਕੇ ਕਿਹਾ ਹੈ ਨਾ ਵੀ ਸ਼ਬਦ ਵਾਪਸ ਫਿਰ ਸੁਣ ਦੇ ਵਿੱਚ ਲੈ ਕੇ ਚਲੇ ਜਾਂਦਾ ਹੈ। ਭਾਵ ਕਿ ਜਿੱਥੋਂ ਪੈਦਾ ਹੋਇਆ, ਅਗਰ ਤੁਸੀਂ ਉਸ ਸ਼ਬਦ ਨੂੰ ਪਕੜ ਲਓ ਤੇ ਉਧਰ ਨੂੰ ਹੀ ਜਾਓਗੇ ਨਾ, ਜਿੱਧਰੋਂ ਆਇਆ ਹੈ ਸ਼ਬਦ। ਤੇ ਸ਼ਬਦ ਜਿੱਥੋਂ ਆਇਆ ਹੈ, ਜਿਵੇਂ ਕਹਿੰਦੇ ਨਾ, ਆਕਾਰ ਇਹ ਪੈਦਾ ਹੋਇਆ ਹੈ ਇੱਕ ਸ਼ਬਦ ਤੋਂ। ਸ਼ਬਦ ਹੋਇਆ, ਧੁਨ ਹੋਈ, ਧੁਨ ਤੋਂ ਬਾਅਦ ਫਿਰ ਸੰਸਾਰ ਪੈਦਾ ਹੋਇਆ। ਤੇ ਧੁਨ ਤੋਂ ਪਿੱਛੇ ਕੀ ਸੀ? ਸੁਣ ਸੀ। ਜਿਵੇਂ ਇੱਕ ਜਗ੍ਹਾ ਐਸਾ ਵੀ ਕਿਹਾ ਹੈ ਨਾ, ਜਾਪ ਮਰੇ ਅਜੱਪਾ ਮਰੇ ਅਨਹਦਹੂ ਮਰ ਜਾਏ, ਸੁਰਤ ਸਮਾਣੀ ਸੁਨ ਮੇ ਤਾਕੋ ਖਾਲ ਨਾ ਖਾਏ। ਭਾਵ ਕਿ ਪਹਿਲਾ ਜਾਪ ਹੈ ਸ਼ਬਦ ਦਾ ਰੂਪ, ਫਿਰ ਅਜੱਪਾ ਹੈ ਬਿਨਾਂ ਬੋਲਣ ਤੋਂ ਚਿੰਤਨ ਹੁੰਦਾ ਹੈ, ਫਿਰ ਅਨਹਦ ਹੈ। ਅਨਹਦ ਦਾ ਭਾਵ ਹੁੰਦਾ ਵੀ ਧੁਨ ਹੈ ਸ਼ਬਦ ਦੀ। ਤੋਂ ਉਸ ਤੋਂ ਬਾਅਦ ਫਿਰ ਸੁਨ ਹੈ, ਜਿੱਥੋਂ ਸ਼ਬਦ ਪੈਦਾ ਹੋਇਆ। ਸੁਨ 'ਚੋਂ ਪੈਦਾ ਹੋਈ ਹੈ ਨਾ ਧੁਨ। ਪਰ ਜਿਹੜਾ ਆਪਣੇ ਆਪ ਇਹ ਯਾਤਰਾ ਕਰਦਾ ਹੈ, ਉਹਦੇ ਵਾਸਤੇ ਬਹੁਤ ਕਠਿਨ ਹੈ। ਉਹ ਵਾਰ-ਵਾਰ ਭਟਕੇਗਾ, ਵਾਰ-ਵਾਰ ਡਿੱਗੇਗਾ, ਅਤੇ ਆਪਣੇ ਆਪ ਹੀ ਉੱਠਣਾ ਹੈ, ਆਪਣੇ ਆਪ ਹੀ ਸੰਭਲਣਾ ਹੈ। ਅਤੇ ਬਹੁਤ ਸਾਹਸ ਦੀ ਲੋੜ ਹੈ, ਬਹੁਤ ਧੀਰਜ ਦੀ ਲੋੜ ਹੈ, ਕਿਉਂਕਿ ਸਾਲਾਂ ਬੱਧੀ ਲੱਗਦੇ ਹਨ। ਬਹੁਤ ਵਾਰਾਂ ਡਿੱਗੇਗਾ, ਭਟਕੇਗਾ। ਅਗਰ ਸਮਝ ਹੋਈ, ਅੰਦਰ ਪਿਆਸ ਹੋਈ, ਤੜਪ ਹੋਈ, ਤੇ ਉੱਠ ਕੇ ਖੜਾ ਹੋਵੇਗਾ, ਚੱਲੇਗਾ। ਜਿਵੇਂ ਇਹ ਸਾਧਕ ਹੈ ਮਿੱਤਰ ਪਿਆਰਾ, ਆਡੀਓ ਰਿਕਾਰਡਿੰਗ ਰਾਹੀਂ ਕਹਿ ਰਿਹਾ, ਤੇ ਬਹੁਤ ਵਾਰਾਂ ਡਿੱਗਣਾ ਹੋਵੇਗਾ, ਤੇ ਵਾਰ-ਵਾਰ ਸੰਭਲਣਾ ਹੋਵੇਗਾ। ਡਿੱਗ ਕੇ ਪਤਾ ਲੱਗੇਗਾ ਕਿਵੇਂ ਡਿੱਗਦੇ, ਤੇ ਹੌਲੀ ਹੌਲੀ ਸੰਭਲਣਾ ਹੁੰਦਾ। ਜਿਹੜਾ ਆਪਣੇ ਆਪ ਯਾਤਰਾ ਕਰ ਰਿਹਾ ਸ਼ਬਦ ਦੇ ਸਹਾਰੇ। ਤੇ ਦੂਸਰਾ ਹੈ ਵੀ ਜਾਗਰਤ ਪੁਰਸ਼ ਜੋ ਬੋਲ ਰਿਹਾ ਹੈ, ਉਹ ਵੀ ਸ਼ਬਦ ਹਨ।
ਤੇ ਉਹਨਾਂ ਸ਼ਬਦਾਂ ਨੂੰ ਸੁਣ ਕੇ ਜਿੱਥੋਂ ਉਹ ਸ਼ਬਦ ਆ ਰਿਹਾ ਹੈ ਉੱਥੇ ਨੂੰ ਹੀ ਸੁਰਤ ਲੱਗ ਜਾਣੀ। ਸ਼ਬਦ ਕਿੱਥੋਂ ਆ ਰਿਹਾ ਹੈ? ਸੁਣ ਚੋਂ ਆ ਰਿਹਾ ਹੈ ਨਾ, ਆ ਰਿਹਾ ਹੈ ਸਤਿਗੁਰੂ ਦੇ ਥਰੂ, ਜਾ ਰਿਹਾ ਹੈ ਤੁਹਾਡੇ ਤੱਕ। ਜਿਹਦੇ ਥਰੂ ਆ ਰਿਹਾ ਹੈ ਉਹ ਤੇ ਬਾਹਰ ਹੈ, ਪਰ ਜਿੱਥੋਂ ਆ ਰਿਹਾ ਹੈ ਉਹ ਅੰਦਰ ਹੈ। ਸੁਣ, ਅਗਰ ਸ਼ਬਦ ਦੇ ਨਾਲ ਪ੍ਰੇਮ ਹੋਇਆ, ਸ਼ਰਧਾ ਹੋਈ, ਭਾਵਨਾ ਨਾਲ ਸੁਣਿਆ, ਤੁਸੀਂ ਉੱਧਰ ਨੂੰ ਜਾਓਗੇ ਹੀ ਜਾਓਗੇ, ਜਾਓਗੇ ਹੀ ਜਾਓਗੇ, ਜਾਓਗੇ ਹੀ ਜਾਓਗੇ।